ਪੰਜਾਬ ਤੁਸੀਂ ਦੇਖ ਲਓ, ਸੰਘਰਸ਼ ਦੇ ਉਸ ਜਜ਼ਬੇ ਵਾਲੇ ਪਾਰਟ ਨੂੰ ਬਹੁਤ ਲੰਬੇ ਸਮੇਂ ਤੋਂ ਭੁੱਲਿਆ ਬੈਠਾ ਸੀ, ਪਰ ਉਹ ਇਸ ਸੰਘਰਸ਼ 'ਚ, ਇਸ ਅੰਦੋਲਨ 'ਚ ਪੈਦਾ ਹੋ ਗਿਆ ਸਾਡੇ 'ਚ ਵਾਪਸ। ਅਸੀਂ ਇਹ ਗੱਲ ਸਮਝ ਲਈ ਵੀ ਜਜ਼ਬਾ ਬਾਹਲੀ ਵੱਡੀ ਚੀਜ਼ ਆ, ਤਾਂ ਹੀ ਅਸੀਂ ਗੱਲ ਕਰਦੇ ਆ ਨਾ ਵੀ ਸਾਨੂੰ ਕੱਚੀ ਗੜੀ ਦੇ ਅੰਦਰ ਵਾਲੇ 40 ਚਾਹੀਦੇ ਆ, ਬਾਹਰਲੇ 10 ਲੱਖ ਨਾਲ ਸਾਡਾ ਕੋਈ ਮਤਲਬ ਨਹੀਂ। ਹੁਣ ਇਹ ਸਾਨੂੰ ਪਤਾ ਵੀ ਰਾਸ਼ਟਰਪਤੀ ਵੀ ਜਿਹੜਾ ਹੁਕਮਰਾਨ ਧਿਰ ਬੀਜੇਪੀ ਦਾ ਲਾਇਆ ਹੋਇਆ, ਤੇ ਸਾਡਾ ਜਿਹੜਾ ਗਵਰਨਰ ਸਾਹਿਬ ਆ ਉਹ ਵੀ ਉਹਨਾਂ ਦੇ ਲਾਏ ਹੋਏ ਆ, ਹਨਾ। ਤਾਂ ਸਾਡੇ ਕੋਲੇ ਚੈਲੰਜ ਬਹੁਤ ਵੱਡਾ। ਸਰਕਾਰ ਇਸ ਗੱਲ ਤੋਂ ਵੀ ਦੁਖੀ ਆ ਵੀ ਰੇਲਾਂ ਰੋਕੀ ਬੈਠੇ ਆ ਜਾਂ ਟੋਲ ਰੋਕੀ ਬੈਠੇ ਆ। ਹੁਣ ਉਹਨਾਂ ਨੂੰ ਵੀ ਹੈਂਡਲ ਕਰਨਾ ਸਰਕਾਰ ਨੇ, ਤਾਂ ਸਰਕਾਰ ਨੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਕਿਸੇ ਨਾ ਕਿਸੇ ਢੰਗ ਨਾਲ ਕਮਜ਼ੋਰ ਕਰਨਾ ਜਾਂ ਉਹਦੀ ਡਾਇਰੈਕਸ਼ਨ ਚੇਂਜ ਕਰਨੀ ਆ। ਔਰ ਇਹ ਕਿਸਾਨ ਜਥੇਬੰਦੀਆਂ ਤੇ ਆ ਹੁਣ ਉਹ ਕਿਸ ਢੰਗ ਨਾਲ ਇਸ ਗੱਲ ਨੂੰ ਹੈਂਡਲ ਕਰਦੇ ਆ। ਠੀਕ ਹੈ, ਜੇ ਲੋਕਾਂ ਦਾ ਸੰਘਰਸ਼ ਆ ਤਾਂ ਮੇਰੀ ਉਹਨਾਂ ਨੂੰ ਬੇਨਤੀ ਆ ਵੀ ਲੋਕਾਂ ਦੇ ਹੱਕ 'ਚ ਰਹਿ ਕੇ ਕੋਈ ਅਗਲੀ ਨੀਤੀ ਤੇ ਸਟ੍ਰੈਟਜੀ ਤੈਅ ਕਰਿਓ। ਕਿਤੇ ਇਹ ਨਾ ਹੋਵੇ ਵੀ ਸਰਕਾਰ ਪਿਛਲੀ ਵਾਰ ਵਾਂਗੂ ਜਾਂ ਹਮੇਸ਼ਾ ਵਾਂਗੂ ਤੁਹਾਨੂੰ ਭਰੋਸਾ ਦਿਵਾਵੇ ਤੇ ਤੁਸੀਂ ਉਸ ਭਰੋਸੇ ਦੇ ਚੱਕਰ 'ਚ ਆਗੂ ਡਿਸੀਜਨ ਲੈ ਜਾਣ ਤੇ ਸਾਡਾ ਸੰਘਰਸ਼ ਕਿਸੇ ਹੋਰ ਹੀ ਦਿਸ਼ਾ ਵੱਲ ਹੋ ਜਾਏ ਜਾਂ ਕਮਜ਼ੋਰ ਹੋ ਜਾਏ। ਔਰ ਸ਼ੰਭੂ ਮੋਰਚੇ ਦੀ ਬੜੀ ਨਿਗਾਹ ਇਹਨਾਂ ਗੱਲਾਂ ਤੇ। ਜੇ ਕੋਈ ਬੰਦਾ ਥਿੜਕਿਆ, ਅਸੀਂ ਤਾਂ ਉਹ ਜਿਵੇਂ ਪੰਜਾਬੀ ਕਹਿੰਦੇ ਹੁੰਦੇ, ਅਸੀਂ ਨਹੀਂ ਜਿਉਣ ਦੇਵਾਂਗੇ, ਫਿਰ ਅਸੀਂ ਤਾਂ ਕੱਪੜੇ ਲਾ ਦਾਂਗੇ, ਅਗਲੇ ਦੇ ਫਾੜ ਦਾਂਗੇ, ਹਨਾ। ਕਿਉਂਕਿ ਅਸੀਂ ਸੱਚ ਤੇ ਬੈਠੇ ਆ, ਸੱਚ ਤੇ ਪਹਿਰਾ ਦੇ ਰਹੇ ਆ। ਅਸੀਂ ਨਾਲ ਉਦੋਂ ਤੱਕ ਹੀ ਆ ਜਦੋਂ ਤੱਕ ਉਹ ਸੱਚ ਤੇ ਪਹਿਰਾ ਦੇਈ ਬੈਠੇ ਆ। ਜਿੱਦਾਂ ਉਹ ਸੱਚ ਤੋਂ ਹਟੇ ਉਦੋਂ ਅਸੀਂ ਉਲਟ ਹੋ ਜਾਾਂਗੇ, ਕਿਉਂਕਿ ਅਸੀਂ ਲੋਕਾਂ ਦਾ ਸੰਘਰਸ਼ ਲੜ ਰਹੇ ਆ, ਇੱਥੇ ਆਗੂਆਂ ਦਾ ਕੋਈ ਸੰਘਰਸ਼ ਨਹੀਂ। ਤੇ ਉਹਨਾਂ ਚੋਂ ਇੱਕ ਦੋ ਆਂਦੇ ਵੀ ਇਹ ਦੀਪ ਸਿੱਧੂ ਦਾ ਆਪਦੀ ਪਲੈਨਿੰਗ ਲੈ ਕੇ ਆਇਆ ਵੀ ਬੀਜੇਪੀ ਨੂੰ ਚਮਕਾਉਣਾ ਚਾਹੁੰਦਾ, ਇਹਦੇ ਅੰਦਰ ਕਹਿੰਦੇ ਇਹਦੀ ਬੁੱਕਲ 'ਚ ਚੋਰ ਆ ਵੀ ਨਾ ਮੈਂ ਕਦੇ ਉਹਨਾਂ ਬੀਜੇਪੀ ਤੋਂ ਜਾਂ ਬੀਜੇਪੀ ਦੇ ਧਿਰ ਵਾਲਿਆਂ ਤੋਂ ਇਲੈਕਸ਼ਨ ਲੜਾਂ। ਇਲੈਕਸ਼ਨ ਹੀ ਨਹੀਂ ਲੜਨੀ ਤੇ ਵੋਟਾਂ ਹੀ ਨਹੀਂ ਪਾਉਣੀਆਂ, ਫਿਰ ਹੋਰ ਕਿਹੜੀ ਗੱਲ ਰਹਿ ਗਈ ਇੱਥੇ? ਅਸਲ ਆਧਾਰ ਕੀ ਅੱਗੇ ਖੇਡ ਹੀ ਵੋਟਾਂ ਦੀ ਹੋਈ ਪਈ ਆ ਪਾਰਟੀਆਂ ਲਈ। ਤਾਂ ਮੇਰੀ ਸਟੇਟਮੈਂਟ ਤੋਂ ਇਲਾਵਾ ਕੋਈ ਲਿਖਤ ਹੋਵੇ, ਕੋਈ ਪੋਸਟ ਹੋਵੇ, ਹਨਾ, ਜਾਂ ਕੋਈ ਮੇਰਾ ਬਿਆਨ ਹੋਵੇ, ਜੇ ਸੈਂਟਰ ਸਰਕਾਰ ਦੇ ਹੱਕ 'ਚ ਜਾਂਦਾ ਹੋਵੇ ਜਾਂ ਕਿਸੇ ਹੋਰ ਸਰਕਾਰ ਦੇ ਵੀ ਹੱਕ 'ਚ ਜਾਂਦਾ ਹੋਵੇ ਜਾਂ ਕਿਸੇ ਪੋਲੀਟੀਕਲ ਪਾਰਟੀ ਦੇ ਵੀ ਹੱਕ 'ਚ ਜਾਂਦਾ ਹੋਵੇ, ਮੈਨੂੰ ਤਾਂ ਕਹੋ। ਗੱਲ ਕਹਿਣੀ ਬੜੀ ਸੌਖੀ ਆ, ਕਿਤੋਂ ਮੰਥਨ ਤਾਂ ਕਰੀਏ ਨਾ। ਜੇ ਪੰਜਾਬੀਆਂ ਦੇ ਜਾਂ ਸਾਡੀ ਕੌਮ ਦੇ ਹਿੱਤ 'ਚ ਨਾ ਜਾਂਦਾ ਹੋਵੇ ਤਾਂ ਕਹੋ। ਜੇ ਮੈਨੂੰ ਇਹਦੇ 'ਚ ਕੋਈ ਗੇਨ ਹੁੰਦਾ ਹੋਵੇ, ਲੋ ਮੈਂ ਇੱਥੋਂ ਤੱਕ ਕਹਿਣਾ ਮੇਰੇ ਅਕਾਊਂਟਸ ਕਢਾ ਦੇਣਾ ਤੁਹਾਨੂੰ, ਬੈਂਕ ਅਕਾਊਂਟਸ। ਕੰਪੈਲ ਤਾਂ ਨਹੀਂ ਕਰ ਰਿਹਾ ਨਾ, ਫੋਰਸ ਤਾਂ ਨਹੀਂ ਕਰ ਰਿਹਾ ਨਾ, ਮਜਬੂਰ ਤਾਂ ਨਹੀਂ ਕਰ ਰਿਹਾ ਨਾ ਕਿ ਮੈਂ ਸਾਰੇ ਪੰਜਾਬ ਦੀ ਜਨਤਾ ਨੂੰ ਮਜਬੂਰ ਕਰ ਦੂੰਗਾ। ਔਰ ਇਹ ਗੱਲਾਂ ਇਸ ਕਰਕੇ ਬੇਤੁਕੀਆਂ, ਅਸੀਂ ਭੁੱਲ ਚੁੱਕੇ ਹਾਂ ਵੀ ਕੋਈ ਸੱਚਾ ਬੰਦਾ ਵੀ ਹੁੰਦਾ, ਭੁੱਲ ਗਏ ਅਸੀਂ, ਹਨਾ। ਔਰ ਪੰਜਾਬ ਨੇ ਆਪਦਾ ਕਿਰਦਾਰ ਆ ਜਿਹੜਾ ਉਹ ਲੂਜ਼ ਕਰ ਲਿਆ। ਲੋ ਹੁਣ ਆ ਫਿਲਮ ਇੰਡਸਟਰੀ ਵਾਲੇ ਸਾਰੇ ਦੱਸਾਂ ਮੈਂ ਤੁਹਾਨੂੰ, ਮੈਂ ਉਸੇ ਫਿਲਮ ਇੰਡਸਟਰੀ ਦਾ ਪਾਰਟ ਆ, ਇਕੱਲਾ ਬੈਠਾ ਇੱਥੇ। ਉਹ ਪਤਾ ਕੀ ਕਹਿ ਰਹੇ ਆ, ਇਹ ਮੁੰਡੇ ਮਰਵਾਊਗਾ। ਯਾਰ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ, ਅਸੀਂ ਪੈਸਿਵ ਰੈਜ਼ਿਸਟੈਂਸ ਕਰ ਰਹੇ ਹਾਂ। ਮੇਰੇ ਨਾਲ ਉਹਦੇ ਰੋਡ ਤੇ ਇੱਥੇ ਮੁੰਡੇ ਬਹਿ ਗਏ ਸੀ, ਉਹਨਾਂ ਨੂੰ ਠਾ ਕੇ ਲਿਆਇਆ ਮੈਂ, ਟਰੱਕਾਂ ਨੂੰ ਆਪ ਕਢਾਇਆ ਇੱਥੋਂ ਮੈਂ ਜਾ ਕੇ। ਪੁਲਿਸ ਵਾਲੇ ਕਹਿੰਦੇ ਵੀ ਇਹਨਾਂ ਤੇ ਕੇਸ ਪਾਉਣਾ। ਮੈਂ ਕਿਹਾ ਖਬਰਦਾਰ, ਜੇ ਇਹਨਾਂ ਤੇ ਕੇਸ ਪਾਉਣਾ ਤਾਂ ਮੇਰੇ ਤੇ ਪਾ ਦਿਓ। ਜਿਹੜੇ ਬੁੱਧੀਜੀਵੀ ਆ ਪੰਜਾਬ ਦੇ ਸੋ ਕਾਲਡ, ਉਹ ਇਹ ਗੱਲ ਕਰਦੇ ਆ ਵੀ ਇਹ ਬੰਦਾ ਹੁਣ ਕਿਸੇ ਹੋਰ ਹੀ ਰਾਹ ਤੇ ਪੈ ਗਿਆ ਤੇ ਇਹਨੇ ਪਤਾ ਨਹੀਂ ਕੀ ਕਰਾ ਦੇਣਾ, ਇਹ ਤਾਂ ਭੜਕਾ ਰਿਹਾ। ਯਾਰ ਅਸੀਂ ਆਪਦੇ ਹੱਕ ਮੰਗਣ ਵਾਸਤੇ ਪੀਸਫੁਲ ਢੰਗ 'ਚ ਬਹਿ ਵੀ ਨਹੀਂ ਸਕਦੇ, ਇਹਨੂੰ ਵੀ ਜੇ ਅਸੀਂ ਭੜਕਾ ਰਿਹਾ ਮੰਨਣ ਲੱਗ ਗਏ ਫਿਰ ਕਿੱਧਰ ਨੂੰ ਜਾਵਾਂਗੇ ਅਸੀਂ? ਜੇ ਅੱਜ ਅਸੀਂ ਖੁਦ ਮੁਖਤਿਆਰੀ ਦੀ ਗੱਲ ਕਰਦੇ ਹਾਂ, ਵਿਦ ਇਨ ਦਾ ਡੋਮੇਨ ਆਫ ਇੰਡੀਅਨ ਕਨਸਟੀਟਿਊਸ਼ਨ, ਫੈਡਰਲ ਸਟਰਕਚਰ ਦੀ ਗੱਲ ਹੀ ਕਰ ਰਹੇ ਹਾਂ ਨਾ। ਜੇ ਅਸੀਂ ਆਪਦੇ ਫੰਡਾਮੈਂਟਲ ਰਾਈਟਸ ਦੀ ਗੱਲ ਕਰ ਰਹੇ ਹਾਂ ਤਾਂ ਇੰਡੀਅਨ ਕਨਸਟੀਟਿਊਸ਼ਨ ਨੇ ਸਾਨੂੰ ਦਿੱਤੇ ਹੋਏ ਆ। ਫਿਰ ਤੁਸੀਂ ਅੱਛਾ, ਫਿਰ ਗੱਲਾਂ ਕਿਹੜੀਆਂ ਹੁੰਦੀਆਂ ਵੀ ਇਹ ਬੀਜੇਪੀ ਨੂੰ ਲੈ ਕੇ ਆ ਰਿਹਾ, ਇਹ ਉਹਨੂੰ ਲੈ ਕੇ ਆ ਰਿਹਾ। ਯਾਰ ਕਿਤੇ ਕੋਈ ਮੰਥਨ ਤਾਂ ਕਰੀਏ ਅਸੀਂ, ਕਿਤੇ ਕੋਈ ਗੱਲਬਾਤ ਨੂੰ ਸਮਝੀਏ ਤਾਂ ਸਹੀ। ਮੇਰੇ ਕੈਰੈਕਟਰ ਅਸੈਸੀਨੇਸ਼ਨ ਕਰਨ ਲੱਗ ਕੇ ਉਹੀ ਬਸ ਇਹੀ ਇੰਨੇ ਜੋਗੇ ਹੀ ਰਹਿ ਗਏ ਅਸੀਂ। ਹਰ ਬੰਦੇ ਦੇ ਅੰਦਰ ਉਹਨੂੰ ਡਾਇਸੈਕਟ ਕਰਦੇ ਆ ਅਸੀਂ ਵੀ ਦੇਖੀਏ ਅੰਦਰ ਕੀ ਪਿਆ। ਉਹ ਯਾਰ ਅੰਦਰ ਪਿਆ ਨਹੀਂ ਪਿਆ ਕੌਣ ਰੱਬ ਤੋਂ ਬਿਨਾਂ ਕੋਈ ਲੱਭ ਸਕਦਾ? ਜਾਂ ਤਾਂ ਟਾਈਮ ਦੱਸੂ ਜਾਂ ਰੱਬ ਦੱਸੂ ਜਾਂ ਬੰਦਾ ਆਪ ਦੱਸੂ।
ਪਰ ਤੁਹਾਡੇ ਤੋਂ ਖੋਹ ਕੇ ਕੀ ਲੈ ਜੂ ਪਤੰਦਰੋ? ਜਿਹੜੇ ਤੁਹਾਡੇ 50 ਸਾਲਾਂ ਤੋਂ ਤੁਹਾਡੇ ਤੋਂ ਖੋਹ ਕੇ ਲੈ ਜਾਂਦੇ ਰਹੇ, ਉਹਨਾਂ ਦੇ ਤਾਂ ਤੁਸੀਂ ਸਵਾਲ ਨਹੀਂ ਕੀਤੇ। ਆ ਜਿਹੜਾ 15 ਕੁ ਦਿਨਾਂ ਦਾ ਤੁਹਾਡੇ ਕੋਲੇ ਆ ਕੇ ਬਹਿ ਗਿਆ, ਇਹਦੇ ਤੇ ਤੁਸੀਂ ਸਵਾਲ ਕਰਨ ਲੱਗੇ। ਫਿਰ ਅਸੀਂ ਕਹਿੰਦੇ ਹਾਂ ਅਸੀਂ ਰੈਵੋਲੂਸ਼ਨ ਲੈ ਆਵਾਂਗੇ, ਅਸੀਂ ਬਹੁਤ ਕੁਝ ਕਰ ਦਾਂਗੇ, ਅਸੀਂ ਪੰਜਾਬ ਦੀ ਹੋਂਦ ਬਚਾ ਲਾਂਗੇ। ਜਦੋਂ ਤੱਕ ਅਸੀਂ ਆਪਦੇ ਕਿਰਦਾਰ 'ਚ ਵਾਪਸ ਨਹੀਂ ਆਉਂਦੇ, ਕੈਰੈਕਟਰ 'ਚ ਵਾਪਸ ਨਹੀਂ ਆਉਂਦੇ, ਹੋਂਦ ਨਹੀਂ ਬਚ ਸਕਦੀ। ਬਾਰਡਰ ਤੇ ਲੱਗਾ ਹੋਇਆ ਪੱਕਾ ਮੋਰਚਾ, ਸ਼ੰਭੂ ਬੈਰੀਅਰ ਤੇ ਲੱਗਾ ਜਿਹੜਾ ਮੋਰਚਾ ਕਿਸਾਨ ਹੱਕਾਂ ਦੀ ਗੱਲ ਕਰਦਾ, ਦੇਸ਼ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ, ਵੱਖਰੀ ਹੋਂਦ ਦੀ ਵੀ ਗੱਲ ਕਰਦਾ। 4 ਤਰੀਕ ਤੋਂ ਲਗਾਤਾਰ ਜਿਹੜਾ ਕਿ ਸ਼ੁਰੂ ਹੋਇਆ ਮੋਰਚਾ, ਉੱਥੇ ਅਸੀਂ ਇਸ ਵਕਤ ਬੈਠੇ ਹਾਂ। ਤੁਸੀਂ KTV ਤੇ ਪਹਿਲਾਂ ਵੀ ਦੇਖਦੇ ਰਹੇ ਹੋ, ਕਾਫੀ ਦਿਨ ਜਦੋਂ ਸ਼ੁਰੂ ਤੋਂ ਮੋਰਚਾ ਲੱਗਾ ਸੀ, ਅਸੀਂ ਰੋਜ਼ਾਨਾ ਇੱਥੋਂ ਜਿਹੜੇ ਨੌਜਵਾਨ ਪਹੁੰਚਦੇ ਆ, ਜਿਹੜਾ ਯੂਥ ਪਹੁੰਚਦਾ, ਅਕਸਰ ਕੀ ਸੋਚਦੇ ਕੀ ਆ ਕਿ ਬਾਕੀ ਧਰਨਿਆਂ ਦੇ ਵਿੱਚ ਵੀ ਜਿਹੜੀ ਸੰਗਤ, ਜਿਹੜੇ ਕਿਸਾਨ ਮਜ਼ਦੂਰ ਸਾਰੇ ਪਹੁੰਚਦੇ ਆ, ਸੋਚਦੇ ਕੀ ਆ, ਉਹਨਾਂ ਦੇ ਮਨ 'ਚ ਸਵਾਲ ਕਿਸ ਤਰ੍ਹਾਂ ਦੇ ਆ। ਕਾਰੋਬਾਰ ਛੱਡ ਕੇ ਸੜਕਾਂ ਤੇ ਬਹਿਣਾ, ਗੱਡੀ ਦੀਆਂ ਲਾਈਨਾਂ ਤੇ ਬਹਿਣਾ, ਟੋਲ ਪਲਾਜ਼ਿਆਂ ਤੇ ਬਹਿਣਾ, ਮੌਲਾਂ ਦੇ ਅੱਗੇ ਬਹਿਣਾ ਸੌਖਾ ਨਹੀਂਗਾ, ਪਰ ਬੈਠੇ ਆ ਲੋਕ, ਸੋਚਦੇ ਕੀ ਆਖਰ। ਤੇ ਸਾਡੇ ਨਾਲ ਦੀਪ ਸਿੱਧੂ ਵੀ ਹੈਗੇ ਆ। ਸਭ ਤੋਂ ਪਹਿਲਾਂ ਅਸੀਂ ਉਹਨਾਂ ਨਾਲ ਜਿਹੜੀ ਗੱਲਬਾਤ ਕਰਾਂਗੇ, ਨਾਲ ਹੀ ਬਾਬਾ ਬਖਸ਼ੀਸ਼ ਸਿੰਘ ਜੀ ਔਰ ਸਾਰੇ ਜਿਹੜੇ ਸਤਿਕਾਰਯੋਗ ਨੌਜਵਾਨ, ਜਿਹੜੇ ਇਕੱਲੇ ਉਹ ਦੀਪ ਸਿੱਧੂ ਵੀਰ ਵਾਂਗ ਜਿਹੜੇ ਉਹ ਦਰਦ ਰੱਖਦੇ ਆ, ਚਿੰਤਾ ਰੱਖਦੇ ਆ ਦੇਸ਼ ਪੰਜਾਬ ਦੀ, ਕਿਸਾਨੀ ਦੀ, ਉਹ ਸਾਰੇ ਆਏ ਆ। ਸਭ ਤੋਂ ਪਹਿਲਾਂ ਸਾਰਿਆਂ ਦਾ ਸਵਾਗਤ ਹੈ ਜੀ KTV ਤੇ ਇਸ ਧਰਨੇ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਕੋਈ ਇੰਟਰਵਿਊ ਨਹੀਂ ਗੀ, ਸਿੱਧੀਆਂ ਜੀਆਂ ਖੁੱਲੀਆਂ ਜਿਹੀਆਂ ਗੱਲਾਂ ਬਾਤਾਂ ਸਾਰੇ ਨੌਜਵਾਨਾਂ ਨਾਲ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਵਾਗਤ ਹੈ ਜੀ KTV ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬਾਈ ਜੀ। ਤਾਂ ਸਭ ਤੋਂ ਪਹਿਲਾਂ ਤਾਂ ਵੀਰੇ ਆਪਾਂ ਕਾਫੀ ਦਿਨ ਬਾਅਦ ਮਿਲੇ ਆ। 4 ਤਰੀਕ ਤੋਂ ਮੋਰਚਾ ਲੱਗਾ, 2 ਹਫ਼ਤਿਆਂ ਤੋਂ ਉੱਤੇ ਬੀਤ ਗਏ, ਤੀਜਾ ਹਫ਼ਤਾ ਚੱਲ ਰਿਹਾ। ਕਿਸ ਤਰ੍ਹਾਂ ਸ਼ੁਰੂ ਤੋਂ ਲੈ ਕੇ 4 ਤੋਂ ਲੈ ਕੇ ਹੁਣ ਤੱਕ, ਜੇ ਤੁਸੀਂ ਕੁਝ ਪ੍ਰਾਪਤੀਆਂ ਜਿਹੜੀਆਂ ਗਿਣਾਉਣੀਆਂ ਹੋਣ ਤਾਂ ਕੀ ਗਿਣਾਓਗੇ? ਦੇਖੋ, ਜਦੋਂ ਸੰਘਰਸ਼ ਲੜੇ ਜਾਂਦੇ ਆ ਹਨਾ, ਤੇ ਸਭ ਤੋਂ ਵੱਡੀ ਪ੍ਰਾਪਤੀ ਮੈਂ ਇਹ ਮੰਨਦਾ ਵੀ ਅਸੀਂ ਗੁਰੂ ਨਾਨਕ ਸਾਹਿਬ ਨੇ ਜਿਹੜੀ ਲੜਾਈ ਉਸ ਵੇਲੇ 700 800 900 ਸਾਲਾਂ ਦੀ ਗੁਲਾਮੀ ਦੇ ਖਿਲਾਫ ਵਿੱਢੀ ਸੀ, ਅਸੀਂ ਉਸੇ ਲੜਾਈ ਨੂੰ, ਉਸੇ ਫਲਸਫੇ ਨੂੰ ਸਮਝ ਕੇ ਤੇ ਉਹ ਆਪਦਾ ਸਿਧਾਂਤ ਬਣਾ ਕੇ ਇਹ ਲੜਾਈ ਲੜ ਰਹੇ ਹਾਂ। ਸੋ ਸਭ ਤੋਂ ਵੱਡੀ ਪ੍ਰਾਪਤੀ ਇਹੀ ਆ ਵੀ ਪੰਜਾਬ ਦੀ ਧਰਤੀ ਤੇ ਜਿਸ ਸਿਧਾਂਤ ਨੇ ਇਤਿਹਾਸ ਦਿੱਤਾ, ਪੰਜਾਬ ਦੀ ਧਰਤੀ ਨੂੰ ਜਿਸ ਸਿਧਾਂਤ ਨੇ ਉਹਦੇ ਮਿੱਥ ਬਣਾਏ ਆ, ਕੁਰਬਾਨੀਆਂ ਦਿੱਤੀਆਂ, ਸਾਨੂੰ ਪਾਤਸ਼ਾਹੀਆਂ ਦਿੱਤੀਆਂ, ਸਟੇਟਹੁੱਡ ਦਿੱਤਾ, ਤਾਂ ਉਸੇ ਸਿਧਾਂਤ ਨੂੰ ਅਸੀਂ ਲੈ ਕੇ ਇਹ ਲੜਾਈ ਲੜ ਰਹੇ ਹਾਂ। ਇਹ ਗੱਲ ਸਮਝਣ ਦੀ ਬਹੁਤ ਜ਼ਰੂਰਤ ਆ। ਕੋਈ ਬਾਹਰਲੇ ਸਿਧਾਂਤ ਨੂੰ, ਕੋਈ ਕਮਿਊਨਿਜ਼ਮ ਨੂੰ, ਸੋਸ਼ਲਿਸਟ ਸਿਧਾਂਤ ਨੂੰ ਜਾਂ ਕੋਈ ਨੈਸ਼ਨਲਿਸਟ ਸਿਧਾਂਤ ਨੂੰ ਲੈ ਕੇ ਜਾਂ ਪੜੇਥਨ ਬੜੂਥਨ ਲਾ ਕੇ ਨਹੀਂ ਅਸੀਂ ਲੜ ਰਹੇ। ਸੋ ਇਹ ਗੱਲ ਪੰਜਾਬ 'ਚ ਜਿਸ ਹਿਸਾਬ ਨਾਲ ਗਈ ਆ ਤੇ ਜਿਸ ਹਿਸਾਬ ਨਾਲ ਹੁਣ ਤੁਸੀਂ ਦੇਖੋ ਵੀ ਸਾਡੇ ਕਿਸਾਨ ਜਥੇਬੰਦੀਆਂ, ਉਹਨਾਂ ਦੀਆਂ ਸਟੇਜਾਂ ਤੋਂ ਵੀ ਪੰਜਾਬ ਦੀ ਹੋਂਦ ਦੀ ਗੱਲ ਜਾਂ ਹੋਰ ਬੜੇ ਜਿਹੜੇ ਸਾਡੇ ਬੰਦੇ ਸੰਘਰਸ਼ ਲੜ ਰਹੇ ਆ, ਉਹ ਵੀ ਪੰਜਾਬ ਦੀ ਹੋਂਦ ਦੀ ਗੱਲ ਕਰਨ ਲੱਗ ਗਏ। ਸੋ ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿ ਕਾਮਨ ਪਲੇਟਫਾਰਮ ਬਣਦਾ ਜਾ ਰਿਹਾ, ਕਾਮਨ ਗਰਾਊਂਡ ਬਣਦਾ ਜਾ ਰਿਹਾ। ਪਰ ਉਹ ਬਣਦਾ, ਉਹ ਅਸੀਂ ਨਹੀਂ ਬਣਾਇਆ, ਸਾਡੇ ਸਿਧਾਂਤ ਨੇ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤਾ ਸੀ, ਉਹਨੇ ਬਣਾਇਆ। ਸੋ ਮੈਂ ਸਮਝਦਾ ਇਹ ਬਹੁਤ ਵੱਡੀ ਬਾਈ ਇੱਕ ਪ੍ਰਾਪਤੀ ਆ। ਅਗਲੀ ਗੱਲ ਆ ਇੱਕ ਜਜ਼ਬੇ ਦੀ। ਮੈਂ ਹਮੇਸ਼ਾ ਇਸ ਗੱਲ 'ਚ ਵਿਸ਼ਵਾਸ ਰੱਖਦਾ ਵੀ ਜਿਹੜੇ ਸੰਘਰਸ਼ ਜਾਂ ਲੜਾਈਆਂ ਲੜੀਆਂ ਜਾਂਦੀਆਂ ਨਾ, ਉਹ ਕਦੇ ਵੀ ਕੌਨਸ਼ੀਅਸ ਮਾਈਂਡ ਨਾਲ ਨਹੀਂ ਲੜੀਆਂ ਜਾਂਦੀਆਂ, ਕਿਉਂਕਿ ਕੌਨਸ਼ੀਅਸ ਮਾਈਂਡ 'ਚ ਡਰ ਪਿਆ, ਕੈਲਕੂਲੇਸ਼ਨ ਪਈ ਆ, ਕੌਨਸ਼ੀਅਸ ਮਾਈਂਡ 'ਚ ਹਿਸਾਬ ਕਿਤਾਬ ਜੋੜ ਤੋੜ ਪਏ ਆ, ਕੌਨਸ਼ੀਅਸ ਮਾਈਂਡ 'ਚ ਅਸੀਂ ਇਹ ਵੀ ਸੋਚਦੇ ਹਾਂ ਵੀ ਪਰਿਵਾਰਾਂ ਦਾ ਕੀ ਹੋਊ। ਸਬ ਕੌਨਸ਼ੀਅਸ ਮਾਈਂਡ 'ਚ ਨਾ ਜਜ਼ਬਾ ਪਿਆ, ਜਿਹਨੂੰ ਆਰਟੀਕੂਲੇਟ ਨਹੀਂ ਕਰ ਸਕਦੇ, ਕਈ ਵਾਰੀ ਸਮਝਾ ਨਹੀਂ ਸਕਦੇ ਤੁਸੀਂ। ਉਹ ਜਿਹੜਾ ਸਬਕੌਨਸ਼ੀਅਸ ਮਾਈਂਡ ਨੂੰ ਅਸੀਂ ਕਾਫੀ ਸਮੇਂ ਤੋਂ ਭੁੱਲੀ ਬੈਠੇ ਸੀ। ਪੰਜਾਬ ਤੁਸੀਂ ਦੇਖ ਲਓ, ਸੰਘਰਸ਼ ਦੇ ਉਸ ਜਜ਼ਬੇ ਵਾਲੇ ਪਾਰਟ ਨੂੰ ਬਹੁਤ ਲੰਬੇ ਸਮੇਂ ਤੋਂ ਭੁੱਲਿਆ ਬੈਠਾ ਸੀ, ਪਰ ਉਹ ਇਸ ਸੰਘਰਸ਼ 'ਚ, ਇਸ ਅੰਦੋਲਨ 'ਚ ਪੈਦਾ ਹੋ ਗਿਆ ਸਾਡੇ 'ਚ ਵਾਪਸ। ਅਸੀਂ ਇਹ ਗੱਲ ਸਮਝ ਲਈ ਵੀ ਜਜ਼ਬਾ ਬਾਹਲੀ ਵੱਡੀ ਚੀਜ਼ ਆ। ਤਾਂ ਹੀ ਅਸੀਂ ਗੱਲ ਕਰਦੇ ਹਾਂ ਨਾ ਵੀ ਸਾਨੂੰ ਕੱਚੀ ਗੜੀ ਦੇ ਅੰਦਰ ਵਾਲੇ 40 ਚਾਹੀਦੇ ਆ, ਬਾਹਰਲੇ 10 ਲੱਖ ਨਾਲ ਸਾਡਾ ਕੋਈ ਮਤਲਬ ਨਹੀਂ। ਸੋ ਜਜ਼ਬਾ ਹੀ ਆ। ਜਦੋਂ ਏਡੀ ਵੱਡੀ ਦਲੇਰੀ ਤੁਹਾਡੇ ਅੰਦਰ ਪੈਦਾ ਹੋ ਜੇ, ਇਹਦਾ ਮਤਲਬ ਕਿਤੇ ਨਾ ਕਿਤੇ, ਹੁਣ ਤੁਸੀਂ ਮੈਨੂੰ ਬੜੇ ਸਵਾਲ ਪੁੱਛਦੇ ਆ ਵੀ ਕੀ ਹੋਇਆ ਇਹੋ ਜਿਹਾ ਵੀ ਤੁਸੀਂ ਆ ਗਏ,
ਮੈਂ ਉਹੀ ਗੱਲ ਜਵਾਬ ਦਿੰਦਾ ਹੁੰਦਾ ਵੀ ਜਿਹੜੀਆਂ ਇਹ ਗੱਲਾਂ ਹੁੰਦੀਆਂ ਨਾ, ਇਹ ਸਬਕੌਂਸ਼ੀਅਸ ਮਾਈਂਡ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ, ਉਹ ਕਿਤੇ ਨਾ ਕਿਤੇ ਉਸ ਜਜ਼ਬੇ 'ਚ ਪਈਆਂ ਹੁੰਦੀਆਂ ਜਿਹਨੂੰ ਤੁਸੀਂ ਕਈ ਵਾਰੀ ਆਰਟੀਕੂਲੇਟ ਨਹੀਂ ਕਰ ਸਕਦੇ, ਵਰਡਸ ਦੇ ਨਾਲ ਡਿਸਕ੍ਰਾਈਬ ਨਹੀਂ ਕਰ ਸਕਦੇ, ਹਨਾ। ਸੋ ਇਹ ਸਾਡੇ ਅੰਦਰ ਜਿਹੜੀ ਮੈਂ ਚਿਣਗ ਦੀ ਗੱਲ ਹਮੇਸ਼ਾ ਕਰਦਾ ਹੁੰਦਾ, ਇਹ ਗੁਰੂ ਸਾਹਿਬਾਨਾਂ ਨੇ ਲਾਈ ਹੋਈ ਆ। ਅਸੀਂ ਉਸ ਚਿਣਗ ਨੂੰ ਵਾਪਸ ਸਮਝ ਲਿਆ ਤੇ ਉਸ ਚਿਣਗ ਨੇ ਸਾਡੇ ਅੰਦਰ ਇੱਕ ਅੱਗ ਪੈਦਾ ਕਰਤੀ ਫਿਰ, ਤੇ ਇਸ ਗੱਲ ਨੂੰ ਅਸੀਂ ਸਮਝ ਕੇ ਤੇ ਇਹ ਅੰਦੋਲਨ ਪੈਦਾ ਕਰਤਾ, ਹਨਾ। ਸੋ ਆਈਡੈਂਟੀਫਾਈ ਕਰਦੇ ਆ ਨਾ ਅਸੀਂ, ਦੇਖੋ ਹਰ ਖਿੱਤੇ ਦੇ ਲੋਕ ਕਿਸੇ ਇੱਕ ਉੱਥੋਂ ਦੀ ਇਵੋਲਵ ਹੋਈ ਸਿਧਾਂਤਕ ਜਾਂ ਇਵੋਲਵ ਹੋਈ ਸਿਵਲਾਈਜੇਸ਼ਨ ਦੀ ਜਿਹੜੀ ਚੀਜ਼ ਆ, ਸੁਸਾਇਟੀ ਦੀ ਜਿਹੜੀ ਚੀਜ਼ ਆ, ਉਹਦੇ ਨਾਲ ਆਈਡੈਂਟੀਫਾਈ ਕਰਦੇ ਆ। ਅਸੀਂ ਆਈਡੈਂਟੀਫਾਈ ਹੀ ਇਸ ਗੱਲ ਨਾਲ ਕਰਦੇ ਆ, ਤੇ ਅੱਜ ਫੇਰ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ। ਇਹਦਾ ਮਤਲਬ ਅਸੀਂ ਸਾਡੇ ਜਿਹੜਾ ਮੂਲ ਰੂਪ ਸੀ, ਕੋਈ ਮੌਲਿਕਤਾ ਸੀ, ਉਹਦੇ ਤੋਂ ਦੂਰ ਨਹੀਂ ਗਏ, ਉੱਥੇ ਹੀ ਕਿਤੇ ਬੈਠੇ ਆ ਹਜੇ। ਹਾਂਜੀ, ਤਾਂ ਮੂਲ ਨਾਲੋਂ ਜਿਹੜਾ ਟੁੱਟੇ ਨਹੀਂ ਗਏ, ਤੇ ਜੇ ਮੂਲ ਨਾਲੋਂ ਟੁੱਟੇ ਨਹੀਂ ਤੇ ਫਿਰ ਅਸੀਂ ਸੁੱਕਾਂਗੇ ਵੀ ਨਹੀਂ। ਜਿੱਦਾਂ ਇੱਕ ਦਰਖਤ ਦਾ ਜਿਹੜਾ ਕੋਈ ਫੁੱਲ ਜਾਂ ਟਾਹਣੀ ਜਾਂ ਪੱਤਾ, ਜਿੰਨਾ ਚਿਰ ਮੂਲ ਚੋਂ ਟੁੱਟਦਾ ਨਹੀਂ ਨਾ, ਚਾਹੇ ਉਹ ਲਮਕਦਾ ਵੀ ਰਵੇ, ਕੁਛ ਨਾ ਕੁਛ ਵੀ ਹੁੰਦਾ ਜਿਹੜਾ ਕਨੈਕਸ਼ਨ ਰਵੇ, ਤੇ ਉਹ ਹਰਾ ਰਹਿੰਦਾ। ਤੇ ਕਿਤੇ ਨਾ ਕਿਤੇ ਜੁੜੇ ਆ ਜਿਹੜੇ ਸਾਰੇ ਨੌਜਵਾਨ, ਇਹ ਵੀ ਜੁੜੇ ਆ। ਬੇਸ਼ੱਕ ਦੀਪ ਸਿੱਧੂ ਬੰਬੇ ਜਾ ਕੇ ਫਿਲਮਾਂ 'ਚ ਕੰਮ ਕਰਦਾ ਤਾਂ ਉਹ ਜੁੜਿਆ ਹੋਇਆ, ਤਾਂ ਸਾਰਿਆਂ ਦੇ ਮਨ 'ਚ ਆ ਸਵਾਲ, ਸਾਡੇ ਵੀ ਆ। ਖੈਰ ਹੁਣ ਸਾਡੇ ਸਵਾਲ ਜਿਹੜੇ ਉਹ ਘਟਦੇ ਜਾ ਰਹੇ ਆ, ਕਿਉਂਕਿ ਪਹਿਲਾਂ ਹੁੰਦਾ ਪੱਤਰਕਾਰਾਂ ਦਾ ਕੰਮ ਸਵਾਲ ਕਰਨਾ ਹੁੰਦਾ, ਤੇ ਜੇ ਸਵਾਲ ਨਹੀਂ ਕਰਾਂਗੇ ਤੇ ਪੱਤਰਕਾਰ ਕਾਹਦੇ। ਪਹਿਲੇ ਦਿਨ ਜਿੱਦਣ ਇੱਥੇ 25 ਤਰੀਕ ਨੂੰ ਕੱਟ ਸੀ, ਉਦੋਂ ਵੀ ਸਵਾਲ ਅਸੀਂ ਇਹੀ, ਮੈਂ ਇੱਥੋਂ ਸ਼ੁਰੂਆਤ ਕੀਤੀ ਸੀ। ਦੀਪ ਸਿੰਘ ਹਾਲਾਂਕਿ ਜਾਣਦੇ ਸੀ, ਪਹਿਲਾਂ ਵੀ ਸੀ, ਫੇਸਬੁੱਕ ਰਾਹੀਂ ਬਾਈ ਨੂੰ ਜਾਣਦੇ ਸੀ, ਕੋਈ ਲਾਈਵ ਹੁੰਦੇ ਸੀ ਪੰਥ ਦੇ ਮਸਲੇ। ਮੈਂ ਕਿਹਾ ਵੀ ਲੋਕ ਸਵਾਲ ਕਰਦੇ ਆ, ਲੋਕ ਚਰਚਾ ਕਰਦੇ ਆ ਵੀ ਇਹ ਤਾਂ ਸੰਨੀ ਦਿਓਲ ਹੋਣਾ ਦਾ ਬੰਦਾ, ਉਦੋਂ ਸਵਾਲ ਸਿੱਧੇ ਹੋਏ ਸੀ, ਜਵਾਬ ਵੀ ਉਦੋਂ ਸੀ, ਉਧਰ ਨਹੀਂ ਜਾਣਾ। ਹੁਣ ਅਸੀਂ ਗਾਂਹ ਚੱਲ ਗਏ ਆ, ਉਹ ਬਹੁਤ ਪਿੱਛੇ ਰਹਿ ਕੇ ਸੰਨੀ ਦਿਓਲ ਦੀਆਂ ਯਾਰੀਆਂ ਬੜੀਆਂ ਪਿੱਛੇ ਰਹਿ ਗਈਆਂ। ਹੁਣ ਅਸੀਂ ਜਿਸ ਜਿਹੜਾ ਕਿ ਸਥਿਤੀ 'ਚ ਪਹੁੰਚ ਗਏ ਆ, ਉੱਥੇ ਇਹ ਆ ਵੀ ਖੱਟਿਆ ਕੀ ਆ। ਹੁਣ ਤੱਕ ਇਹ ਖੱਟਿਆ ਵੀ ਹੋਣ ਦੀ ਲੜਾਈ ਆ, ਕਿਤੇ ਨਾ ਕਿਤੇ ਅਸੀਂ ਮੂਲ ਨਾਲ ਜੁੜੇ ਹੋਏ ਆ, ਤਾਂ ਅਸੀਂ ਇੱਥੇ ਬੈਠੇ ਆ। ਤਾਂ ਬੇਸ਼ੱਕ ਲੰਮੇ ਦਿਨਾਂ ਤੋਂ ਜੀ ਮੋਰਚਾ ਚੱਲ ਰਿਹਾ, ਸਰਕਾਰਾਂ ਵੀ ਜਾਂ ਸਿਆਸੀ ਪਾਰਟੀਆਂ ਸਾਰੇ ਜਿਹੜੇ ਆਪੋ ਆਪਣਾ ਜਿਹੜਾ ਵਿਖਾਵਾ ਕਰ ਰਹੇ ਆ, ਕੰਮ ਕਰ ਵੀ ਰਹੇ ਆ। ਸਭ ਤੋਂ ਪਹਿਲਾਂ ਅਸੀਂ ਸਾਰਿਆਂ ਨੂੰ ਹੱਲਾਸ਼ੇਰੀ ਦਿੰਦੇ ਆ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਆਮ ਆਦਮੀ, ਚਾਹੇ ਖਾਸ ਆਦਮੀ ਹੈ, ਚਾਹੇ ਕੋਈ ਵੀ ਆ, ਜਿਹੜਾ ਕਹਿੰਦਾ ਮੈਂ ਚਿੰਤਤ ਆ ਇਸ ਕਾਨੂੰਨ ਨੂੰ ਲੈ ਕੇ, ਉਹ ਮੂੰਹ ਚੋਂ ਤੇ ਕਮ ਸੇ ਕਮ ਕਹਿ ਰਿਹਾ ਸ਼ਾਬਾਸ਼ੇ। ਫਿਰ ਅਗਲੇ ਪਿੱਛੇ ਉਹਨਾਂ ਦੀ ਇਮਾਨਦਾਰੀ ਕਿੰਨੀ ਕਾ, ਇਹ ਤਾਂ ਉਹਨਾਂ ਨੇ ਵੀ ਉਹ ਖਾ ਕੇ ਜਿਹੜਾ ਉਹ ਕਿੰਨਾ ਕ ਜਿਹੜਾ ਕਹਿੰਦੇ ਵੀ ਮੈਂ ਤੇਰਾ ਪਾਣੀ ਪੀਤਾ, ਤੇਰਾ ਲੂਣ ਖਾਦਾ, ਮੈਂ ਖਾ ਕੇ ਭਾਈ ਹਲਾਲ ਹੀ ਕਰੂੰਗਾ, ਦੂਜੀ ਗੱਲ ਨਹੀਂ ਕਰੂੰਗਾ, ਤਾਂ ਉਹ ਅੰਦਰ ਰੱਬ ਨੂੰ ਪਤਾ। ਤਾਂ ਅਗਲੇ ਪਾਸੇ ਗੱਲ ਇੱਥੇ ਆ ਜਾਂਦੀ ਜੀ, ਸ਼ੁਰੂ ਤੋਂ ਮੋਰਚਾ ਲੱਗਿਆ, ਧਰਨਿਆਂ 'ਚ ਕਿਸਾਨ ਸੱਜੇ, ਸਾਡੇ ਬਜ਼ੁਰਗ ਬੈਠੇ ਆ, ਸਾਡੇ ਵੀਰ ਬੈਠੇ ਆ, ਗਾਉਣ ਵਾਲੇ ਬੈਠੇ ਆ। ਚਲੋ ਬੇਸ਼ੱਕ ਇੱਥੇ ਕੋਈ ਨਹੀਂ ਆਏ, ਜਿੱਥੇ ਬੈਠੇ ਉਹ ਸ਼ਾਬਾਸ਼ੇ। ਪੰਜਾਬ ਸਰਕਾਰ ਜਿਹੜੀ ਆ ਉਹ ਕੱਲ ਨੂੰ ਵੱਡਾ ਜਿਹੜਾ ਐਲਾਨ ਕਰਨ ਦਾ ਦਾਅਵਾ ਕਰ ਰਹੀ ਆ, ਅੱਜ ਕਰਨਾ ਸੀ, ਪਰ ਉਹ ਸ਼ਰਧਾਂਜਲੀ ਦੇ ਕਈ ਉਹ ਪਿੱਛੇ ਹੋ ਗਏ ਆ। ਖੈਰ ਉੱਥੇ ਵੀ ਸਵਾਲ ਆ ਵੀ ਕਰੋੜ ਰੁਪਏ ਨੂੰ ਤਕਰੀਬਨ ਇੱਕ ਸੈਸ਼ਨ ਪੈਂਦਾ, ਤੇ ਪੰਜਾਬ ਦਾ ਤੇ ਖਜ਼ਾਨਾ ਪਹਿਲਾਂ ਹੀ ਖਾਲੀ ਸੀ, ਉਹ ਇੱਕ ਸੈਸ਼ਨ ਜਿਹੜਾ 15-20 ਮਿੰਟਾਂ 'ਚ ਖਤਮ ਕਿਉਂ ਕਰਦਾ, ਵੀ ਕਿੱਧਰਲੇ ਪਾਸੇ ਜਾਣਾ ਸੀ। ਲੀਡਰ ਤਾਂ ਚੁਣੇ ਇਸੇ ਵਾਸਤੇ ਵੀ ਸੈਸ਼ਨ ਬੁਲਾਓ ਤੇ ਸਾਡੀਆਂ ਮੰਗਾਂ ਦੀ ਗੱਲ ਕਰੋ। ਤਾਂ ਕੱਲ ਨੂੰ ਜਿਹੜੀ ਸਰਕਾਰ ਮਤਾ ਪਾਉਣ ਜਾ ਰਹੀ ਹੈ ਵਿਧਾਨ ਸਭਾ ਦੇ ਵਿੱਚ, ਜਿਹਦਾ ਦਾਅਵਾ ਕੀਤਾ ਜਾ ਰਿਹਾ ਵੀ ਉਹ ਕਾਨੂੰਨ ਨੂੰ ਖੰਡਨ ਕਰੂਗਾ, ਉਹਨੂੰ ਪ੍ਰਵਾਨ ਨਹੀਂ ਕਰੂਗਾ, ਉਹਦਾ ਇਸ ਮੋਰਚੇ ਤੇ ਜਾਂ ਬਾਕੀ ਕਿਸਾਨ ਸੰਘਰਸ਼ਾਂ ਦੇ ਉੱਤੇ ਕੀ ਜਿਹੜਾ ਕਿ ਨਤੀਜਾ ਜਾਂ ਕੀ ਪ੍ਰਭਾਵ ਕੀ ਪੈਣ ਵਾਲਾ, ਕੀ ਉਸ ਤੋਂ ਬਾਅਦ ਜਦੋਂ ਪੰਜਾਬ ਸਰਕਾਰ ਕਹਿ ਦੂਗੀ ਵੀ ਅਸੀਂ ਨਹੀਂ ਪ੍ਰਵਾਨ ਕਰਦੇ ਜਾਂ ਨਹੀਂ ਕਰਦੇ, ਤਾਂ ਉਸ ਤੋਂ ਬਾਅਦ ਉਹ ਮੋਰਚੇ ਚੁੱਕ ਲਏ ਜਾਣਗੇ। ਕਿਉਂਕਿ ਕਿਸਾਨ ਸੁਣਨ ਚ ਆ ਰਿਹਾ ਵੀ ਕਿਸਾਨ ਪਹਿਲਾਂ ਬਿਜ਼ੀ ਆ, ਕਿਉਂਕਿ ਫਸਲ ਆ ਗਈ, ਸਾਂਭਣੀ ਕਰਨੀ ਆ, ਤੇ ਕਿਤੇ ਬਹਾਨਾ ਲੱਭ ਰਹੇ ਆ। ਮਾਫ ਕਰਨਾ, ਸਾਰੇ ਨਹੀਂ ਇੱਕੋ ਨਹੀਂ ਹੁੰਦੇ, ਕਈ ਬੰਦੇ ਹੈਗੇ ਵੀ ਇਸ ਤਰ੍ਹਾਂ ਦੇ। ਉਹਦਾ ਕੱਲ੍ਹ ਵਾਲੇ ਵਿਧਾਨ ਸਭਾ ਦੇ ਸੈਸ਼ਨ ਦਾ ਜਾਂ ਉਸ ਐਲਾਨ ਦਾ, ਉਸ ਬਹਿਸ ਦਾ, ਕੱਲ੍ਹ ਵਾਲੇ ਐਲਾਨ ਦਾ ਇਹਨਾਂ ਮੋਰਚਿਆਂ ਤੇ ਤੁਸੀਂ ਕੀ ਸੋਚਦੇ ਹੋ, ਕੀ ਪ੍ਰਭਾਵ ਪੈਣ ਜਾ ਰਿਹਾ? ਬਾਈ ਬੜਾ ਇੰਟੈਲੀਜੈਂਟ ਸਵਾਲ ਆ ਤੁਹਾਡਾ, ਪਰ ਇਹਦਾ ਜਵਾਬ ਵੀ ਇਹੀ ਆ ਵੀ ਅਸੀਂ ਤਾਂ ਆਪ ਇਹ ਵੇਟ ਕਰ ਰਹੇ ਹਾਂ ਹੁਣ ਵੀ ਸਰਕਾਰ ਕੀ ਕਰਦੀ ਆ ਤੇ ਕਿਸਾਨ ਜਥੇਬੰਦੀਆਂ ਕੀ ਕਰਦੀਆਂ। ਮੈਂ ਤੁਹਾਨੂੰ ਇਹਦਾ ਰੀਜ਼ਨ ਦੱਸਦਾ। ਸਰਕਾਰ ਇਸ ਟਾਈਮ ਪੰਜਾਬ ਸਰਕਾਰ ਵਿਰੋਧ ਕਰੂਗੀ ਸੈਂਟਰ ਦੇ ਇਹਨਾਂ ਕਾਨੂੰਨਾਂ ਦਾ। ਅੱਛਾ, ਜੇ ਵਿਰੋਧ ਕਰੂਗੀ ਸੈਂਟਰ ਦੇ ਕਾਨੂੰਨਾਂ ਦਾ, ਤੇ ਉਹ ਕਹਿਣਗੇ ਵੀ ਅਸੀਂ ਕੋਈ ਨਾ ਕੋਈ ਸਟੇਟ ਲੈਜਿਸਲੇਸ਼ਨ ਇਹੋ ਜਿਹੀ ਬਣਾਉਣੇ ਆ ਜਿਹੜੇ ਸੈਂਟਰ ਦੇ ਕਾਨੂੰਨਾਂ ਨੂੰ ਰੱਦ ਕਰ ਸਕੇ, ਜਿਵੇਂ ਕੱਲ ਮਤਾ ਪਾ ਰਹੇ ਆ, ਹਨਾ। ਜੇ ਸਟੇਟ ਲੈਜਿਸਲੇਸ਼ਨ ਇਹੋ ਜਿਹੀ ਕੋਈ ਬਣਦੀ ਆ ਤਾਂ ਉਹਦਾ ਰਾਜਪਾਲ ਤੋਂ ਵੀ ਉਹਨਾਂ ਨੂੰ ਅਸੈਂਟ ਲੈਣਾ ਪੈਂਦਾ, ਉਹ ਤੋਂ ਵੀ ਸਾਈਨ ਕਰਨੇ ਪੈਂਦੇ ਆ, ਤੇ ਗਾਂ ਉਹਨੂੰ ਰਾਸ਼ਟਰਪਤੀ ਤੋਂ ਵੀ ਕਰਾਉਣੇ ਪੈਂਦੇ ਆ। ਹੁਣ ਇਹ ਸਾਨੂੰ ਪਤਾ ਵੀ ਰਾਸ਼ਟਰਪਤੀ ਵੀ ਜਿਹੜਾ ਹੁਕਮਰਾਨ ਧਿਰ ਬੀਜੇਪੀ ਦਾ ਲਾਇਆ ਹੋਇਆ,
ਤੇ ਸਾਡਾ ਜਿਹੜਾ ਗਵਰਨਰ ਸਾਹਿਬ ਆ ਉਹ ਵੀ ਉਹਨਾਂ ਦੇ ਲਾਏ ਹੋਏ ਆ, ਹਨਾ। ਤਾਂ ਸਾਡੇ ਕੋਲੇ ਚੈਲੰਜ ਬਹੁਤ ਵੱਡਾ। ਰਾਜ ਸਰਕਾਰ ਆ ਜਿਹੜੀ ਇਸ ਟਾਈਮ, ਉਹ ਆ ਕਾਂਗਰਸ। ਕਾਂਗਰਸ ਇਹ ਚਾਹੂਗੀ ਵੀ ਇੱਕ ਜਿਹੜਾ ਨੈਰੇਟਿਵ ਆ ਉਹ ਬੀਜੇਪੀ ਸੈਂਟਰ ਸਰਕਾਰ ਦੇ ਖਿਲਾਫ ਖੜਾ ਹੋਵੇ। ਇਹ ਤਾਂ ਦੇਖੋ ਪੋਲੀਟੀਕਲ ਗੱਲ ਆ ਜਾਂ ਪੋਲੀਟੀਕਲ ਸਿਚੁਏਸ਼ਨ ਆ, ਪਰ ਹੁਣ ਕਿਸਾਨ ਜਥੇਬੰਦੀਆਂ ਨੂੰ ਕੀ ਕਰਨਾ ਚਾਹੀਦਾ ਜਾਂ ਕੀ ਉਹ ਵੀ ਕੀ ਵੇਟ ਕਰ ਰਹੇ ਆ। ਕਿਤੇ ਨਾ ਕਿਤੇ ਸਰਕਾਰ ਇਸ ਗੱਲ ਤੋਂ ਵੀ ਦੁਖੀ ਆ ਵੀ ਰੇਲਾਂ ਰੋਕੀ ਬੈਠੇ ਆ ਜਾਂ ਟੋਲ ਰੋਕੀ ਬੈਠੇ ਆ। ਹੁਣ ਉਹਨਾਂ ਨੂੰ ਵੀ ਹੈਂਡਲ ਕਰਨਾ ਸਰਕਾਰ ਨੇ, ਕਿਉਂਕਿ ਰੈਵਨਿਊ ਲਾਸ ਤਾਂ ਹੋ ਹੀ ਰਿਹਾ ਜਿੱਥੇ ਵੀ ਬੈਠੇ ਆ, ਰੈਜ਼ਿਸਟੈਂਸ ਵੀ ਜਾ ਰਹੀ ਆ, ਔਰ ਇੱਕ ਲਾਅ ਐਂਡ ਆਰਡਰ ਜਾਂ ਇਨਫਰਾਸਟ੍ਰਕਚਰ ਨੂੰ ਵੀ ਕਿਤੇ ਲਾਸ ਹੋ ਰਿਹਾ। ਸੋ ਸਰਕਾਰ ਦਾ ਇਹ ਵੀ ਕੰਮ ਆ ਵੀ ਆਹ ਕੰਮ ਵੀ ਠੀਕ ਹੋ ਜੇ ਤੇ ਨਾਲ ਨਾਲ ਸੈਂਟਰ ਦੇ ਖਿਲਾਫ ਲੜਿਆ ਵੀ ਜਾਵੇ। ਤਾਂ ਸਰਕਾਰ ਨੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਕਿਸੇ ਨਾ ਕਿਸੇ ਢੰਗ ਨਾਲ ਕਮਜ਼ੋਰ ਕਰਨਾ ਜਾਂ ਉਹਦੀ ਡਾਇਰੈਕਸ਼ਨ ਚੇਂਜ ਕਰਨੀ ਆ। ਔਰ ਇਹ ਕਿਸਾਨ ਜਥੇਬੰਦੀਆਂ ਤੇ ਆ ਹੁਣ ਉਹ ਕਿਸ ਢੰਗ ਨਾਲ ਇਸ ਗੱਲ ਨੂੰ ਹੈਂਡਲ ਕਰਦੇ ਆ। ਜੇ ਕਿਸਾਨਾਂ ਦੇ, ਮੈਂ ਕਿੱਦਾਂ ਦਾ ਕਹੀ ਜਾਂਦਾ, ਇਹ ਆਗੂਆਂ ਦਾ ਸੰਘਰਸ਼ ਨਹੀਂ ਆ, ਇਹ ਲੋਕਾਂ ਦਾ ਸੰਘਰਸ਼ ਆ। ਠੀਕ ਹੈ, ਜੇ ਲੋਕਾਂ ਦਾ ਸੰਘਰਸ਼ ਆ ਤਾਂ ਮੇਰੀ ਉਹਨਾਂ ਨੂੰ ਬੇਨਤੀ ਆ ਵੀ ਲੋਕਾਂ ਦੇ ਹੱਕ 'ਚ ਰਹਿ ਕੇ ਕੋਈ ਅਗਲੀ ਨੀਤੀ ਤੇ ਸਟ੍ਰੈਟਜੀ ਤੈਅ ਕਰਿਓ। ਕਿਤੇ ਇਹ ਨਾ ਹੋਵੇ ਵੀ ਸਰਕਾਰ ਪਿਛਲੀ ਵਾਰ ਵਾਂਗੂ ਜਾਂ ਹਮੇਸ਼ਾ ਵਾਂਗੂ ਤੁਹਾਨੂੰ ਭਰੋਸਾ ਦਿਵਾਵੇ ਤੇ ਤੁਸੀਂ ਉਸ ਭਰੋਸੇ ਦੇ ਚੱਕਰ 'ਚ ਆਗੂ ਡਿਸੀਜਨ ਲੈ ਜਾਣ ਤੇ ਸਾਡਾ ਸੰਘਰਸ਼ ਕਿਸੇ ਹੋਰ ਹੀ ਦਿਸ਼ਾ ਵੱਲ ਹੋ ਜਾਏ ਜਾਂ ਕਮਜ਼ੋਰ ਹੋ ਜਾਏ। ਸੋ ਔਰ ਸ਼ੰਭੂ ਮੋਰਚੇ ਦੀ ਬੜੀ ਨਿਗਾਹ ਇਹਨਾਂ ਗੱਲਾਂ ਤੇ। ਜੇ ਕੋਈ ਬੰਦਾ ਥਿੜਕਿਆ, ਅਸੀਂ ਤਾਂ ਉਹ ਜਿਵੇਂ ਪੰਜਾਬੀ ਕਹਿੰਦੇ ਹੁੰਦੇ, ਅਸੀਂ ਨਹੀਂ ਜਿਉਣ ਦੇਵਾਂਗੇ, ਫਿਰ ਅਸੀਂ ਤਾਂ ਕੱਪੜੇ ਲਾ ਦਾਂਗੇ, ਅਗਲੇ ਦੇ ਫਾੜ ਦਾਂਗੇ, ਹਨਾ। ਕਿਉਂਕਿ ਅਸੀਂ ਸੱਚ ਤੇ ਬੈਠੇ ਆ, ਸੱਚ ਤੇ ਪਹਿਰਾ ਦੇ ਰਹੇ ਆ। ਆਉਣ ਵਾਲੇ ਟਾਈਮ 'ਚ ਅਸੀਂ ਇੱਕ ਵਿਜ਼ਨ ਡਾਕੂਮੈਂਟ ਦੇ ਦਿੰਨੇ ਆ ਵੀ ਆਹ ਕੁਛ ਸਰਕਾਰ ਤੋਂ, ਸੈਂਟਰ ਸਰਕਾਰ ਤੋਂ ਤੇ ਆਹ ਕੁਛ ਸਟੇਟ ਸਰਕਾਰ ਤੋਂ ਸਾਨੂੰ ਮਿਲਣਾ ਚਾਹੀਦਾ। ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਨਾਲ ਨਾਲ। ਸੋ ਜਿਹੜੀਆਂ ਦੇਖੋ ਮੋਰਚੇ ਦੀ ਜਿਹੜੀ ਪ੍ਰਾਪਤੀ ਦੀ ਆਪਾਂ ਗੱਲ ਕਰ ਰਹੇ ਸੀ, ਇੱਕ ਬਹੁਤ ਵੱਡੀ ਪ੍ਰਾਪਤੀ ਆ ਵੀ ਆਪਾਂ ਇੱਕ ਆਪੋਜੀਸ਼ਨ ਦਾ ਰੋਲ ਜਾਂ ਪਹਿਰੇਦਾਰੀ ਦਾ ਰੋਲ ਵੀ ਨਿਭਾ ਰਹੇ ਹਾਂ। ਜਿੱਥੇ ਅੱਜ ਦੀ ਡੇਟ 'ਚ ਪੰਜਾਬ 'ਚ ਜਿੱਥੇ ਜਿੱਥੇ ਸੰਘਰਸ਼ ਹੋ ਰਿਹਾ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਜੋ ਲੱਗੇ ਹੋਏ ਆ, ਅਸੀਂ ਨਾਲ ਹੀ ਆ ਉਹਨਾਂ ਦੇ। ਪਰ ਉਹਨਾਂ ਨੂੰ ਇਹ ਵੀ ਪਤਾ ਜੇ ਕਿਤੇ ਥਿੜਕੇ ਤਾਂ ਸ਼ੰਭੂ ਮੋਰਚੇ ਵਾਲਿਆਂ ਨੇ ਉਦੋਂ ਹੀ ਆਪਦਾ, ਜੇ ਕਹਿ ਦੋ ਕੱਪੜੇ ਫਾੜਨੇ ਸ਼ੁਰੂ ਕਰ ਦੇਣੇ ਆ। ਅਸੀਂ ਨਾਲ ਉਦੋਂ ਤੱਕ ਹੀ ਆ ਜਦੋਂ ਤੱਕ ਉਹ ਸੱਚ ਤੇ ਪਹਿਰਾ ਦੇਈ ਬੈਠੇ ਆ। ਜਿੱਦਾਂ ਉਹ ਸੱਚ ਤੋਂ ਹਟੇ ਉਦੋਂ ਅਸੀਂ ਉਲਟ ਹੋ ਜਾਾਂਗੇ, ਕਿਉਂਕਿ ਅਸੀਂ ਲੋਕਾਂ ਦਾ ਸੰਘਰਸ਼ ਲੜ ਰਹੇ ਹਾਂ, ਇੱਥੇ ਆਗੂਆਂ ਦਾ ਕੋਈ ਸੰਘਰਸ਼ ਨਹੀਂ ਆ। ਤਾਂ ਜਿੱਦਾਂ ਕਿਹਾ ਵੀ ਜੇ ਉਹ ਫੈਸਲੇ ਤੋਂ ਥਿੜਕੇ ਤਾਂ ਅਸੀਂ ਕੱਪੜੇ ਪਾਉਣ ਭਾਵ ਵੀ ਸਵਾਲ ਕਰਾਂਗੇ, ਭੱਜਣ ਨਹੀਂ ਦੇਵਾਂਗੇ ਜਿਹੜਾ ਗਿਦਾਰੀ ਕਰੂਗਾ। ਤਾਂ ਇੱਕਾ ਦੁੱਕਾ ਮੈਂ ਵੈਸੇ ਪਹਿਲਾਂ ਅਸੀਂ ਖੁਦ ਚਾਹੁੰਦੇ ਵੀ ਸਾਰੇ ਸ਼ਾਬਾਸ਼ ਦੇ ਹੱਕਦਾਰ ਹੈ ਜਿੰਨੇ ਵੀ ਆ, ਚਾਹੇ ਕੋਈ ਟੋਲ ਪਲਾਈ ਦੇ ਅੱਗੇ 5 ਬੰਦੇ ਬੈਠੇ ਆ, ਚਾਹੇ ਕੋਈ 10 ਬੈਠੇ ਆ, ਚਾਹੇ ਉਹ ਹਰੀ ਪੱਗ ਬੰਨ੍ਹ ਕੇ ਬੈਠੇ, ਚਾਹੇ ਪੀਲੀ, ਜਿਹੜੇ ਵੀ ਬੈਠੇ ਆ ਸ਼ਾਬਾਸ਼ ਬੈਠੇ ਤੇ ਹੈਗੇ ਆ। ਪਰ ਅਗਲੀ ਗੱਲ ਜਿੱਦਾਂ ਤੁਸੀਂ ਕਿਹਾ ਵੀ ਜਿਹੜਾ ਥਿੜਕੂਗਾ ਉਹਨੇ ਲੀੜੇ ਪਾੜਨੇ, ਭੱਜਣ ਨਹੀਂ ਦੇਣਾ। ਤੇ ਉਹਨਾਂ ਚੋਂ ਇੱਕ ਦੋ ਆਂਦੇ ਵੀ ਇਹ ਦੀਪ ਸਿੱਧੂ ਦਾ ਆਪਦੀ ਪਲੈਨਿੰਗ ਲੈ ਕੇ ਆਇਆ ਵੀ ਬੀਜੇਪੀ ਨੂੰ ਚਮਕਾਉਣਾ ਚਾਹੁੰਦਾ, ਇਹਦੇ ਅੰਦਰ ਕਹਿੰਦੇ ਇਹਦੀ ਬੁੱਕਲ 'ਚ ਚੋਰ ਆ, ਉਹ ਇਹ ਗੱਲ ਕਹਿੰਦੇ ਆ। ਤੇ ਉਹ ਨਾ ਹੋਵੇ ਕਿਤੇ ਤੁਸੀਂ ਨਾ ਭੱਜੋ, ਉਹਨਾਂ ਦੇ ਮਨ 'ਚ ਡਰ ਆ ਕਿਤੇ, ਐਂ ਤਾਂ ਨਹੀਂ ਹੁੰਦਾ ਬਾਈ। ਆਏ ਆ ਵੀ ਇਹ ਮੋਰਚਾ ਹੁਣ ਉੱਥੋਂ ਤੱਕ ਚਲਾ ਗਿਆ ਵੀ ਜੇ ਅੱਜ ਮੈਂ ਭੱਜ ਜਾ, ਪਹਿਲੀ ਗੱਲ ਤਾਂ ਬੀਜੇਪੀ ਨੂੰ ਚਮਕਾਉਣ ਆਇਆ, ਚਮਕਾਵਾਂਗੇ ਤਾਂ ਵੋਟਾਂ ਦੇ ਥਰੂ ਹੀ ਨਾ। ਵੋਟਾਂ ਕਿਹਨੇ ਪਾਉਣੀਆਂ? ਤੁਸੀਂ ਪਾਉਣੀਆਂ ਨਾ। ਤੁਸੀਂ ਨਾ ਪਾਇਓ, ਤੁਹਾਨੂੰ ਕਿਸੇ ਨੇ ਫੋਰਸ ਥੋੜੀ ਕੀਤਾ ਵੀ ਵੋਟਾਂ ਪਾਇਓ। ਹੋਰ ਤਾਂ ਕੋਈ ਬੀਜੇਪੀ ਚਮਕੂਗੀ ਨਹੀਂ ਕਿਸੇ ਢੰਗ ਨਾਲ। ਸੋ ਅਗਲੀ ਗੱਲ ਵੀ ਨਾ ਮੈਂ ਕਦੇ ਉਹਨਾਂ ਬੀਜੇਪੀ ਤੋਂ ਜਾਂ ਬੀਜੇਪੀ ਦੇ ਧਿਰ ਵਾਲਿਆਂ ਤੋਂ ਇਲੈਕਸ਼ਨ ਲੜਾਂ, ਇਹ ਮੈਂ ਅੱਜ ਸਾਹਮਣੇ ਕਹਿ ਰਿਹਾ, ਹਨਾ। ਤੇ ਜੇ ਇਲੈਕਸ਼ਨ ਹੀ ਨਹੀਂ ਲੜਨੀ ਤੇ ਵੋਟਾਂ ਹੀ ਨਹੀਂ ਪਾਉਣੀਆਂ, ਫਿਰ ਹੋਰ ਕਿਹੜੀ ਗੱਲ ਰਹਿ ਗਈ ਇੱਥੇ? ਠੀਕ ਆ। ਅਗਲੀ ਗੱਲ ਆਧਾਰ ਤਾਂ ਇਹੀ ਬਣਦਾ ਹੁੰਦਾ ਨਾ। ਅਸਲ ਆਧਾਰ ਕੀ ਅੱਗੇ ਖੇਡ ਹੀ ਵੋਟਾਂ ਦੀ ਹੋਈ ਪਈ ਆ ਪਾਰਟੀਆਂ ਲਈ। ਤਾਂ ਅਗਲੇ ਤਾਂ ਵੋਟਾਂ ਦੀ ਗਿਣਤੀ ਨੂੰ, ਸਿਰਾਂ ਦੀ ਗਿਣਤੀ ਵੀ ਕਿਵੇਂ ਵਧਾਉਣਾ, ਪੰਜਾਬ ਨੂੰ ਕਿਵੇਂ ਮੰਨ ਲਓ ਵੀ ਆਪਦੇ ਵਾਲੇ ਪਾਸੇ ਲੈ ਕੇ ਜਾਣਾ। ਸੋ ਮੇਰੀ ਅੱਜ ਤੱਕ ਦੀ ਕੋਈ ਸਟੇਟਮੈਂਟ, ਕੋਈ ਮੇਰੀ ਸਟੇਟਮੈਂਟ ਤੋਂ ਇਲਾਵਾ ਕੋਈ ਲਿਖਤ ਹੋਵੇ, ਕੋਈ ਪੋਸਟ ਹੋਵੇ, ਹਨਾ, ਜਾਂ ਕੋਈ ਮੇਰਾ ਬਿਆਨ ਹੋਵੇ ਇਹ ਸੈਂਟਰ ਸਰਕਾਰ ਦੇ ਹੱਕ 'ਚ ਜਾਂਦਾ ਹੋਵੇ ਜਾਂ ਕਿਸੇ ਹੋਰ ਸਰਕਾਰ ਦੇ ਵੀ ਹੱਕ 'ਚ ਜਾਂਦਾ ਹੋਵੇ ਜਾਂ ਕਿਸੇ ਪੋਲੀਟੀਕਲ ਪਾਰਟੀ ਦੇ ਵੀ ਹੱਕ 'ਚ ਜਾਂਦਾ ਹੋਵੇ, ਮੈਨੂੰ ਤਾਂ ਕਹੋ। ਗੱਲ ਕਹਿਣੀ ਬੜੀ ਸੌਖੀ ਆ, ਕਿਤੋਂ ਮੰਥਨ ਤਾਂ ਕਰੀਏ ਨਾ। ਫਿਰ ਅਗਲੀ ਗੱਲ, ਜੇ ਪੰਜਾਬੀਆਂ ਦੇ ਜਾਂ ਸਾਡੀ ਕੌਮ ਦੇ ਹਿੱਤ 'ਚ ਨਾ ਜਾਂਦਾ ਹੋਵੇ ਤਾਂ ਕਹੋ, ਹਨਾ।
ਫਿਰ ਅਗਲੀ ਗੱਲ, ਜੇ ਮੈਨੂੰ ਇਹਦੇ 'ਚ ਕੋਈ ਗੇਨ ਹੁੰਦਾ ਹੋਵੇ, ਲੋ ਮੈਂ ਇੱਥੋਂ ਤੱਕ ਕਹਿਣਾ ਮੇਰੇ ਅਕਾਊਂਟਸ ਕਢਾ ਦਿੰਦਾ ਤੁਹਾਨੂੰ, ਬੈਂਕ ਅਕਾਊਂਟਸ, ਫੇਰ ਕਹੋ ਜਿੰਨੇ ਆ ਮੇਰੇ, ਕਿਸੇ ਪਾਸੇ ਤਾਂ ਆਈਏ ਨਾ ਅਸੀਂ। ਗੱਲਾਂ ਕਹਿਣੀਆਂ ਬੜੀਆਂ ਸੌਖੀਆਂ। ਫਿਰ ਅਗਲੀ ਗੱਲ, ਅੱਛਾ ਐਂਡ 'ਚ ਸਿਰਾਂ ਦੀ ਉਹ ਕਿਹਨੇ ਪਾਉਣੀਆਂ? ਤੁਸੀਂ ਉਹ ਪਾਉਣੀਆਂ ਨਾ। ਜੇ ਅੱਜ ਮੈਂ ਇੱਥੇ ਬੈਠ ਕੇ ਇਹ ਗੱਲਾਂ ਹੀ ਜਮਾਂ ਸਪਸ਼ਟ ਰੂਪ 'ਚ ਉਹਨਾਂ ਦਾ ਖੰਡਨ ਕਰੀ ਜਾਂਦਾ, ਕੱਲ ਨੂੰ ਮੰਨ ਲਓ ਵੋਟਾਂ 'ਚ ਖੜਾ ਹੋ ਗਿਆ, ਤੁਸੀਂ ਤਾਂ ਮੇਰੇ ਮੁੜ ਕੇ ਕੱਪੜੇ ਪਾੜ ਦੋਗੇ, ਹਨਾ। ਸੋ ਤੁਹਾਨੂੰ ਕੋਈ ਕੰਪੈਲ ਤਾਂ ਨਹੀਂ ਕਰ ਰਿਹਾ ਨਾ, ਫੋਰਸ ਤਾਂ ਨਹੀਂ ਕਰ ਰਿਹਾ ਨਾ, ਮਜਬੂਰ ਤਾਂ ਨਹੀਂ ਕਰ ਰਿਹਾ ਨਾ ਕਿ ਮੈਂ ਸਾਰੇ ਪੰਜਾਬ ਦੀ ਜਨਤਾ ਨੂੰ ਮਜਬੂਰ ਕਰ ਦੂੰਗਾ ਵੀ ਉਹਨਾਂ ਨੂੰ ਤਾਂ ਪਾਉਣੀ ਪਊ, ਉਹਨਾਂ ਕੋਲੇ ਕੋਈ ਗੱਲ ਹੀ ਨਹੀਂ ਰਹਿ ਜਾਣੀ। ਸੋ ਇਹ ਬੇਤੁਕੀਆਂ ਗੱਲਾਂ ਅਸੀਂ, ਔਰ ਇਹ ਗੱਲਾਂ ਇਸ ਕਰਕੇ ਬੇਤੁਕੀਆਂ, ਅਸੀਂ ਭੁੱਲ ਚੁੱਕੇ ਹਾਂ ਵੀ ਕੋਈ ਸੱਚਾ ਬੰਦਾ ਵੀ ਹੁੰਦਾ, ਭੁੱਲ ਗਏ ਹਾਂ ਅਸੀਂ, ਹਨਾ। ਔਰ ਪੰਜਾਬ ਨੇ ਆਪਦਾ ਕਿਰਦਾਰ ਆ ਜਿਹੜਾ ਉਹ ਲੂਜ਼ ਕਰ ਲਿਆ। ਕਿਵੇਂ? ਸਾਡੇ ਅੰਦਰ ਐਡੇ ਵੱਡੇ ਡਰ ਆ, ਉਹ ਡਰ ਹੀ ਸਾਨੂੰ ਲੈ ਬੈਠਦੇ ਆ ਵੀ ਫਲਾਨੀ ਗੱਲ ਨਹੀਂ ਕਹਿਣੀ, ਡਰ। ਆਹ ਗੱਲ ਲੋ, ਹੁਣ ਆ ਫਿਲਮ ਇੰਡਸਟਰੀ ਵਾਲੇ ਸਾਰੇ ਦੱਸਾਂ ਮੈਂ ਤੁਹਾਨੂੰ, ਮੈਂ ਉਸੇ ਫਿਲਮ ਇੰਡਸਟਰੀ ਦਾ ਪਾਰਟ ਆ, ਕੱਲਾ ਬੈਠਾ ਇੱਥੇ। ਉਹ ਪਤਾ ਕੀ ਕਹਿ ਰਹੇ ਆ? ਇਹ ਮੁੰਡੇ ਮਰਵਾਊਗਾ, ਇਹ ਪੰਜਾਬ ਦੇ ਮੁੰਡੇ ਮਰਵਾ ਦੂਗਾ। ਯਾਰ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ, ਅਸੀਂ ਪੈਸਿਵ ਰੈਜ਼ਿਸਟੈਂਸ ਕਰ ਰਹੇ ਹਾਂ। ਮੇਰੇ ਨਾਲ ਉਹਦੇ ਰੋਡ ਤੇ ਇੱਥੇ ਮੁੰਡੇ ਬਹਿ ਗਏ ਸੀ, ਉਹਨਾਂ ਨੂੰ ਠਾ ਕੇ ਲਿਆਇਆ ਮੈਂ, ਟਰੱਕਾਂ ਨੂੰ ਆਪ ਕਢਾਇਆ ਇੱਥੋਂ ਮੈਂ ਜਾ ਕੇ। ਪੁਲਿਸ ਵਾਲੇ ਕਹਿੰਦੇ ਵੀ ਇਹਨਾਂ ਤੇ ਕੇਸ ਪਾਉਣਾ। ਮੈਂ ਕਿਹਾ ਖਬਰਦਾਰ, ਜੇ ਇਹਨਾਂ ਤੇ ਕੇਸ ਪਾਉਣਾ ਤਾਂ ਮੇਰੇ ਤੇ ਪਾ ਦਿਓ, ਠੀਕ ਆ। ਫਿਰ ਉਹਨਾਂ ਨੇ ਟਾਸਕ ਫੋਰਸ ਮੰਗਾ ਲਈ ਵੀ ਇਹਨਾਂ ਤੇ ਡਾਂਗਾ ਵਰਾਈਏ। ਮੈਂ ਕਿਹਾ ਜੀ ਨਹੀਂ, ਡਾਂਗਾ ਵੀ ਨਹੀਂ ਵਰਨਗੀਆਂ, ਕੇਸ ਵੀ ਨਹੀਂ ਪਊਗਾ। ਹੁਣ ਅਗਲੀ ਗੱਲ ਦੇਖੋ, ਜਿਹੜੇ ਬੁੱਧੀਜੀਵੀ ਆ ਪੰਜਾਬ ਦੇ ਸੋ ਕਾਲਡ, ਉਹ ਇਹ ਗੱਲ ਕਰਦੇ ਆ ਵੀ ਇਹ ਬੰਦਾ ਹੁਣ ਕਿਸੇ ਹੋਰ ਹੀ ਰਾਹ ਤੇ ਪੈ ਗਿਆ ਤੇ ਇਹਨੇ ਪਤਾ ਨਹੀਂ ਕੀ ਕਰਾ ਦੇਣਾ, ਇਹ ਤਾਂ ਭੜਕਾ ਰਿਹਾ। ਯਾਰ ਅਸੀਂ ਆਪਦੇ ਹੱਕ ਮੰਗਣ ਵਾਸਤੇ ਪੀਸਫੁਲ ਢੰਗ 'ਚ ਬਹਿ ਵੀ ਨਹੀਂ ਸਕਦੇ, ਇਹਨੂੰ ਵੀ ਜੇ ਅਸੀਂ ਭੜਕਾ ਰਿਹਾ ਮੰਨਣ ਲੱਗ ਗਏ, ਫਿਰ ਕਿੱਧਰ ਨੂੰ ਜਾਵਾਂਗੇ ਅਸੀਂ? ਫਿਰ ਸਾਡੇ ਪੱਲੇ ਕੀ ਰਹਿ ਗਿਆ? ਅਸੀਂ ਤਾਂ ਰੋਡ ਇੱਧਰ ਇੱਕ ਰੋਡ ਆ, ਇੱਧਰ ਇੱਕ ਰੋਡ ਆ, ਕਦੇ ਇੱਕ ਗੱਡੀ ਵੀ ਰੋਕੀ ਆਪਾਂ? ਵਿੱਚ ਬੈਠੇ ਆ, ਰੋਜ਼ ਗੱਲ ਕੀ ਕਰ ਰਹੇ ਆ? ਆਪਦੇ ਹੱਕਾਂ ਦੀ। ਤੇ ਗੱਲ ਕਿਵੇਂ ਕਰ ਰਹੇ ਆ? ਪੀਸਫੁਲ ਪ੍ਰੋਟੈਸਟ, ਹਨਾ। ਜੇ ਆਪਦੇ ਹੱਕਾਂ ਦੀ ਗੱਲ ਸ਼ਾਂਤਮਈ ਢੰਗ ਨਾਲ ਨਹੀਂ ਕਰ ਸਕਦੇ, ਜਿਹੜੀ ਸਾਡੀ ਇੰਡੀਅਨ ਕਨਸਟੀਟਿਊਸ਼ਨ ਵੀ ਵਿਦਿਨ ਦਾ ਡੋਮੇਨ ਆਫ ਦਾ ਕਨਸਟੀਟਿਊਸ਼ਨ ਹੈ ਇਹ। ਜੇ ਅੱਜ ਅਸੀਂ ਖੁਦ ਮੁਖਤਿਆਰੀ ਦੀ ਗੱਲ ਕਰਦੇ ਹਾਂ, ਵਿਦਿਨ ਦਾ ਡੋਮੇਨ ਆਫ ਇੰਡੀਅਨ ਕਨਸਟੀਟਿਊਸ਼ਨ, ਫੈਡਰਲ ਸਟਰਕਚਰ ਦੀ ਗੱਲ ਹੀ ਕਰ ਰਹੇ ਹਾਂ ਨਾ। ਜੇ ਅਸੀਂ ਆਪਦੇ ਫੰਡਾਮੈਂਟਲ ਰਾਈਟਸ ਦੀ ਗੱਲ ਕਰ ਰਹੇ ਹਾਂ ਤਾਂ ਇੰਡੀਅਨ ਕਨਸਟੀਟਿਊਸ਼ਨ ਨੇ ਸਾਨੂੰ ਦਿੱਤੇ ਹੋਏ ਆ, ਫਿਰ ਅਸੀਂ ਕੀ ਮਾੜੀ ਗੱਲ ਕਰਤੀ, ਹਨਾ। ਸੋ ਗੱਲਾਂ ਕਹਿਣੀਆਂ। ਔਰ ਜੇ ਅਸੀਂ ਇਹ ਕਹਿੰਦੇ ਆ ਵੀ ਇੰਡੀਆ ਕੀ ਆ? ਯੂਨੀਅਨ ਆਫ ਇੰਡੀਆ ਹੈ, ਉਹਦਾ ਕਨਸਟੀਟਿਊਸ਼ਨ 'ਚ ਡੈਫੀਨੇਸ਼ਨ ਹੀ ਇੰਡੀਆ ਦੀ ਯੂਨੀਅਨ ਆਫ ਇੰਡੀਆ, ਉਹਦੇ 'ਚ ਕੀ ਮਾੜਾ ਕਰਤਾ? ਯੂਨੀਅਨ ਆਫ ਇੰਡੀਆ ਮਤਲਬ ਬਹੁਤ ਕੌਮੀਅਤ, ਹਨਾ। ਫਿਰ ਆਪਾਂ ਕੋਈ ਵੱਖਰੀ ਗੱਲ ਕੀਤੀ ਆ, ਪਰ ਡਰ ਕਿੰਨੇ ਆ? ਡਰ ਦੇਖੋ ਤੁਸੀਂ ਵੀ ਬੰਦੇ ਮਰਵਾਊਗਾ। ਕਿਉਂ? ਆਪਦੇ ਹੱਕ ਮੰਗੀ ਜਾਂਦੇ ਆ, ਵੀ ਆਪਦੇ ਹੱਕ ਨਾ ਮੰਗੋ, ਚੁੱਪ ਕਰਕੇ ਘਰਾਂ 'ਚ ਬਹਿ ਜਾਓ। ਫਿਰ ਅਸੀਂ ਜਾਈਏ ਕਿੱਧਰ ਨੂੰ ਯਾਰ? ਫਿਰ ਤੁਸੀਂ ਅੱਛਾ, ਫਿਰ ਗੱਲਾਂ ਕਿਹੜੀਆਂ ਹੁੰਦੀਆਂ ਵੀ ਇਹ ਬੀਜੇਪੀ ਨੂੰ ਲੈ ਕੇ ਆ ਰਿਹਾ, ਇਹ ਉਹਨੂੰ ਲੈ ਕੇ ਆ ਰਿਹਾ। ਯਾਰ ਕਿਤੇ ਕੋਈ ਮੰਥਨ ਤਾਂ ਕਰੀਏ ਅਸੀਂ, ਕਿਤੇ ਕੋਈ ਗੱਲਬਾਤ ਨੂੰ ਸਮਝੀਏ ਤਾਂ ਸਹੀ। ਮੇਰੇ ਕੈਰੈਕਟਰ ਅਸੈਸੀਨੇਸ਼ਨ ਕਰਨ ਲੱਗ ਕੇ ਉਹੀ ਬਸ ਇਹੀ ਇੰਨੇ ਜੋਗੇ ਹੀ ਰਹਿ ਗਏ ਅਸੀਂ। ਹਰ ਬੰਦੇ ਦੇ ਅੰਦਰ ਉਹਨੂੰ ਡਾਇਸੈਕਟ ਕਰਦੇ ਹਾਂ ਅਸੀਂ ਵੀ ਦੇਖੀਏ ਅੰਦਰ ਕੀ ਪਿਆ। ਉਹ ਯਾਰ ਅੰਦਰ ਪਿਆ ਨਹੀਂ ਪਿਆ ਕੌਣ ਰੱਬ ਤੋਂ ਬਿਨਾਂ ਕੋਈ ਲੱਭ ਸਕਦਾ? ਜਾਂ ਤਾਂ ਟਾਈਮ ਦੱਸੂ, ਜਾਂ ਰੱਬ ਦੱਸੂ, ਜਾਂ ਬੰਦਾ ਆਪ ਦੱਸੂ। ਹੁਣ ਮੈਂ ਆਪ ਤਾਂ ਜਿਹੜੇ ਮੈਂ ਅੱਜ ਕੱਲ ਗੱਲਾਂ ਕਹਿ ਰਿਹਾ, ਕੁਛ ਐਕਸ਼ਨਸ ਕਰ ਰਿਹਾ, ਉਹ ਤਾਂ ਦੱਸ ਹੀ ਰਹੇ ਆ, ਹਨਾ। ਫਿਰ ਆਉਣ ਵਾਲਾ ਟਾਈਮ ਦੱਸੂ ਜਾਂ ਰੱਬ ਦੱਸੂ। ਪਰ ਤੁਹਾਡੇ ਤੋਂ ਖੋਹ ਕੇ ਕੀ ਲੈ ਜੂ ਪਤੰਦਰੋ? ਜਿਹੜੇ ਤੁਹਾਡੇ 50 ਸਾਲਾਂ ਤੋਂ ਤੁਹਾਡੇ ਤੋਂ ਖੋਹ ਕੇ ਲੈ ਜਾਂਦੇ ਰਹੇ, ਉਹਨਾਂ ਦੇ ਤਾਂ ਤੁਸੀਂ ਸਵਾਲ ਨਹੀਂ ਕੀਤੇ। ਆ ਜਿਹੜਾ 15 ਕੁ ਦਿਨਾਂ ਦਾ ਤੁਹਾਡੇ ਕੋਲੇ ਆ ਕੇ ਬਹਿ ਗਿਆ, ਇਹਦੇ ਤੇ ਤੁਸੀਂ ਸਵਾਲ ਕਰਨ ਲੱਗ ਗਏ। ਫਿਰ ਯਾਰ ਕਿੱਧਰ ਨੂੰ ਜਾ ਰਹੀ ਆ ਗੱਲ? ਮੇਰਾ ਆਪਦੀ ਕੋਈ ਦਰਦ ਦੀ ਨਹੀਂ ਆ, ਪਰ ਮੈਨੂੰ ਡਰ ਅੱਜ ਮੇਰੇ ਅੰਦਰ ਜਿਹੜਾ ਦਰਦ ਆ ਨਾ, ਉਹ ਪੰਜਾਬ ਦੀ ਹੋਂਦ ਤੋਂ ਪਹਿਲਾਂ ਪਤਾ ਕਿਹੜਾ? ਅੱਜ ਇਸ ਵੇਲੇ ਉਹ ਹੋਂਦ ਤੋਂ ਪਹਿਲਾਂ ਦਾ ਦਰਦ ਇਹ ਆ ਵੀ ਜਿੰਨਾ ਅਸੀਂ ਡਰ ਨੂੰ ਆਤਮੀਕਰਨ ਕਰ ਲਿਆ ਨਾ, ਅਸੀਂ ਆਪਦਾ ਕਿਰਦਾਰ ਹੀ ਚੇਂਜ ਕਰ ਲਿਆ। ਪੰਜਾਬ ਦਾ ਕਿਰਦਾਰ ਕੀ ਹੁੰਦਾ ਸੀ? ਅਸੀਂ ਨਿਰਭਉ ਤੇ ਨਿਰਵੈਰ, ਨਿਡਰ, ਇਹ ਕਿਰਦਾਰ ਆ ਸਾਡੇ, ਹਨਾ।
ਇਸ ਕਿਰਦਾਰ ਤੋਂ ਅਸੀਂ ਕਿੱਧਰ ਨੂੰ ਤੁਰ ਗਏ। ਅੱਛਾ, ਨਿਰਭਉ ਵੀ ਨਹੀਂ ਆ ਤੇ ਨਿਰਵੈਰ ਵੀ ਨਹੀਂ ਆ। ਜਦੋਂ ਮੇਰੇ ਵਰਗੇ ਨੂੰ ਕੋਈ ਕਹਿ ਦਿੰਦਾ ਵੀ ਇਹ ਫਲਾਣੇ ਦਾ ਏਜੰਟ ਆ, ਤੇ ਉਹ ਵੈਰ ਹੀ ਵਿੱਢ ਲੈਂਦੇ ਆ ਨਾ, ਫਿਰ ਬੇਸਿਕ ਕੈਰੈਕਟਰ ਹੀ ਲੂਜ਼ ਕਰ ਗਏ ਅਸੀਂ। ਫਿਰ ਅਸੀਂ ਕਹਿੰਦੇ ਹਾਂ ਅਸੀਂ ਰੈਵੋਲੂਸ਼ਨ ਲੈ ਆਵਾਂਗੇ, ਅਸੀਂ ਬਹੁਤ ਕੁਝ ਕਰ ਦਾਂਗੇ, ਅਸੀਂ ਪੰਜਾਬ ਦੀ ਹੋਂਦ ਬਚਾ ਲਾਂਗੇ। ਜਦੋਂ ਤੱਕ ਅਸੀਂ ਆਪਦੇ ਕਿਰਦਾਰ 'ਚ ਵਾਪਸ ਨਹੀਂ ਆਉਂਦੇ, ਕੈਰੈਕਟਰ 'ਚ ਵਾਪਸ ਨਹੀਂ ਆਉਂਦੇ, ਹੋਂਦ ਨਹੀਂ ਬਚ ਸਕਦੀ। ਬਹੁਤ ਸਪਸ਼ਟ ਜਿਹੜੇ ਸ਼ਬਦਾਂ ਦੇ ਵਿੱਚ ਜਿਹੜਾ ਕਿ ਦੀਪ ਸਿੱਧੂ ਨੇ ਸਪਸ਼ਟ ਕੀਤਾ ਵੀ ਆਖਰ, ਕਿਉਂਕਿ ਬਹੁਤ ਸਾਰੇ ਇਹ ਜਿਹੜੀ ਹੁਣ ਵੀ ਲਾਈਵ ਚੱਲ ਰਹੀ ਹੈ, ਬਿਲਕੁਲ ਇਸ ਵਕਤ ਟਾਈਮ 8:33 ਹੋਏ, ਸ਼ਾਇਦ ਇੱਕ ਅੱਧਾ ਮਿੰਟ ਲੇਟ ਹੋਵੇ। ਤਾਂ ਇਹ ਵੀਡੀਓ ਦੇ ਵਿੱਚ ਸਵਾਲ ਆ ਜਿਹੜੇ ਸੋਸ਼ਲ ਮੀਡੀਆ ਤੇ ਹੁੰਦੇ, ਜਿਹੜੇ ਆਮ ਲੋਕਾਂ ਵੱਲੋਂ ਆ ਜਾਂ ਉਹ ਸਿਆਸੀ ਧਿਰਾਂ ਵੱਲੋਂ ਖੜੇ ਕੀਤੇ ਗਏ ਆ ਵੀ ਇਹ ਉਹਨਾਂ ਦਾ ਬੰਦਾ, ਫਲਾਣਿਆਂ ਦਾ ਬੰਦਾ। ਤਾਂ ਇਹ ਸਵਾਲ ਠੀਕ ਹੈ, ਸਵਾਲ ਪੁੱਛਣ ਦਾ ਹੱਕ ਆ, ਪਰ ਉਹ ਜਵਾਬ ਜਿਹੜੇ ਆ ਉਹ ਜਿੱਦਾਂ ਕਿ ਸਵਾਲ ਸੀ ਉਹ ਤੋਂ 100 ਗੁਣਾ ਵੱਧ ਜਿਹੜਾ ਖੁੱਲ੍ਹ ਕੇ ਜਵਾਬ ਜਿਹੜਾ ਦੀਪ ਸਿੱਧੂ ਨੇ ਦੇ ਦਿੱਤਾ।